ਬੱਚੋ ਅੱਜ ਪੰਜਾਬੀ ਦੀ ਕਲਾਸ ਦੇ ਅੰਦਰ ਅਸੀਂ ਆਪਣੇ ਸਿਲੇਬਸ ਦੀ ਸਾਹਿਤਕ ਰੰਗ ਭਾਗ 2 ਦੀ ਪਹਿਲੀ ਕਹਾਣੀ ਜੋ ਹੈ ਮੈਂ ਕਿਸੇ ਤੋਂ ਘੱਟ ਨਹੀਂ ਕਰਾਂਗੇ। ਇਸ ਕਹਾਣੀ ਦੇ ਲੇਖਕ ਜੋ ਨੇ ਡਾਕਟਰ ਦਰਸ਼ਨ ਸਿੰਘ ਆਸਟ ਨੇ, ਜਿਨ੍ਹਾਂ ਨੇ ਪੰਜਾਬੀ ਸਾਹਿਤ ਦੇ ਅੰਦਰ ਬਹੁਤ ਸਾਰੀਆਂ ਰੋਚਕ ਕਹਾਣੀਆਂ ਲਿਖੀਆਂ। ਉਹਨਾਂ ਹੀ ਰੋਚਕ ਕਹਾਣੀਆਂ ਦੇ ਵਿੱਚੋਂ ਇੱਕ ਕਹਾਣੀ ਤੁਹਾਡੇ ਸਿਲੇਬਸ ਦੇ ਅੰਦਰ ਦਿੱਤੀ ਗਈ ਹੈ, ਮੈਂ ਕਿਸੇ ਤੋਂ ਘੱਟ ਨਹੀਂ। ਇਹ ਕਹਾਣੀ ਇੱਕ ਐਸੀ ਲੜਕੀ ਦੀ ਕਹਾਣੀ ਹੈ ਜੋ ਕਿ ਪੋਲੀਓਗ੍ਰਸਤ ਹੈ, ਜਿਸ ਦੀਆਂ ਲੱਤਾਂ ਜੋ ਹੈ ਬਚਪਨ ਵਿੱਚ ਹੀ ਪੋਲੀਓ ਦੀ ਸ਼ਿਕਾਰ ਹੋ ਗਈਆਂ ਅਤੇ ਉਸਦੀਆਂ ਲੱਤਾਂ ਨਹੀਂ ਸਨ ਚੱਲਦੀਆਂ। ਉਸ ਲੜਕੀ ਦਾ ਨਾਂ ਰਜਨੀ ਸੀ। ਰਜਨੀ ਜੋ ਹੈ, ਰਜਨੀ 14 ਸਾਲ ਦੀ ਲੜਕੀ ਸੀ ਔਰ ਬਹੁਤ ਹੀ ਦਲੇਰ, ਬਹਾਦਰ ਅਤੇ ਸਮਝਦਾਰ ਲੜਕੀ ਸੀ, ਜਿਸ ਦਾ ਪਤਾ ਸਾਨੂੰ ਇਸ ਕਹਾਣੀ ਤੋਂ ਲੱਗੇਗਾ ਕਿ ਰਜਨੀ ਦਾ ਸਕੂਲ ਉਸਦੇ ਪਿੰਡ ਤੋਂ 3 ਕਿਲੋਮੀਟਰ ਦੂਰ ਸ਼ਹਿਰ ਦੇ ਅੰਦਰ ਸੀ, ਜਿੱਥੇ ਰੋਜ਼ ਉਹ ਆਪਣੀ ਟਰਾਈਸਾਈਕਲ 'ਤੇ ਬੈਠ ਕੇ ਜਾਇਆ ਕਰਦੀ ਸੀ। ਕਿਉਂਕਿ ਉਹ ਪੋਲੀਓਗ੍ਰਸਤ ਸੀ, ਇਸ ਲਈ ਉਹ ਟਰਾਈਸਾਈਕਲ 'ਤੇ ਬੈਠ ਕੇ ਆਪਣੇ ਸਕੂਲ ਡੇਲੀ ਜਾਇਆ ਕਰਦੀ ਸੀ। ਰਜਨੀ ਦੀ ਇੱਕ ਖੂਬੀ ਇਹ ਸੀ ਕਿ ਉਹ ਕਦੀ ਵੀ ਸਕੂਲ ਤੋਂ ਛੁੱਟੀ ਨਹੀਂ ਸੀ ਕਰਦੀ। ਕਈ ਵਾਰ ਮੀਂਹ, ਹਨੇਰੀ, ਖਰਾਬ ਮੌਸਮ ਦੇ ਕਰਕੇ ਉਸਦੇ ਮਾਤਾ ਪਿਤਾ ਉਸਨੂੰ ਕਹਿੰਦੇ ਕਿ ਰਜਨੀ ਤੂੰ ਅੱਜ ਸਕੂਲ ਨਾ ਜਾ ਕਿ ਮੌਸਮ ਸਹੀ ਨਹੀਂ, ਲੇਕਿਨ ਰਜਨੀ ਉਹਨਾਂ ਨੂੰ ਕੀ ਕਿਹਾ ਕਰਦੀ ਸੀ ਕਿ ਇਹ ਖਰਾਬ ਮੌਸਮ ਮੇਰਾ ਕੁਛ ਨਹੀਂ ਵਿਗਾੜ ਸਕਦਾ, ਮੈਂ ਸਕੂਲ ਜ਼ਰੂਰ ਜਾਵਾਂਗੀ। ਇਸ ਦਾ ਇੱਕ ਕਾਰਨ ਇਹ ਵੀ ਸੀ ਕਿ ਰਜਨੀ ਦੇ ਸਕੂਲ ਦੇ ਵਿਚਕਾਰ ਹਰ ਸਾਲ ਸਾਲਾਨਾ ਸਮਾਗਮ ਹੁੰਦਾ ਸੀ ਔਰ ਉਸ ਸਮਾਗਮ ਦੇ ਅੰਦਰ ਜੋ ਬੱਚੇ ਪੂਰਾ ਸਾਲ ਹਾਜ਼ਰੀ ਭਰਦੇ ਸਨ, ਜਿਨ੍ਹਾਂ ਦੀ ਪੂਰੀ ਅਟੈਂਡੈਂਸ ਹੁੰਦੀ ਸੀ, ਉਹਨਾਂ ਨੂੰ ਇਨਾਮ ਦਿੱਤਾ ਜਾਂਦਾ ਸੀ। ਰਜਨੀ ਦਾ ਮਨ ਇਹੀ ਸੀ ਕਿ ਹਰ ਸਾਲ ਦਾ ਇਨਾਮ ਉਹੀ ਜਿੱਤੇ, ਇਸ ਲਈ ਉਹ ਕਦੀ ਵੀ ਸਕੂਲੋਂ ਛੁੱਟੀ ਨਹੀਂ ਸੀ ਕਰਦੀ। ਰਜਨੀ ਆਪਣੇ ਸਕੂਲ ਜੋ ਹੈ ਨੇਮ ਨਾਲ ਜਾਇਆ ਕਰਦੀ ਸੀ, ਪੜ੍ਹਾਈ ਮਨ ਲਗਾ ਕੇ ਕਰਦੀ ਸੀ। ਰਜਨੀ ਦੀ ਇੱਕ ਸਹੇਲੀ ਪੂਜਾ ਸੀ ਜੋ ਹਮੇਸ਼ਾ ਉਸਦੇ ਨਾਲ ਰਿਹਾ ਕਰਦੀ ਸੀ। ਇੱਕ ਦਿਨ ਦੀ ਗੱਲ ਹੈ ਕਿ ਸਕੂਲ ਦੇ ਬਾਹਰ ਗਰਾਊਂਡ ਦੇ ਅੰਦਰ ਘਾਹ ਬਹੁਤ ਵੱਧ ਗਿਆ ਸੀਗਾ, ਬਰਸਾਤੀ ਮੌਸਮ ਸੀ, ਲੇਕਿਨ ਸਕੂਲ ਦਾ ਮਾਲੀ ਜੋ ਸੀਗਾ ਪ੍ਰਾਣਨਾਥ, ਉਹ ਕਾਫੀ ਦਿਨ ਤੋਂ ਬਿਮਾਰ ਹੋਣ ਕਰਕੇ ਸਕੂਲ ਨਹੀਂ ਸੀ ਆ ਰਿਹਾ। ਰਜਨੀ ਦੇ ਮਾਸਟਰ ਮੋਹਨ ਲਾਲ ਜੀ ਜੋ ਸਨ, ਉਹਨਾਂ ਨੂੰ ਇਸ ਚੀਜ਼ ਦਾ ਡਰ ਸੀ ਕਿ ਕਿਤੇ ਇਸ ਵੱਧ ਚੁੱਕੇ ਘਾਹ ਦੇ ਵਿੱਚੋਂ ਕੋਈ ਜ਼ਹਿਰੀਲਾ ਜੀਵ ਜੋ ਹੈ ਉਹ ਕਲਾਸ ਦੇ ਅੰਦਰ ਦਾਖਲ ਨਾ ਹੋ ਜਾਏ ਅਤੇ ਬੱਚਿਆਂ ਨੂੰ ਨੁਕਸਾਨ ਨਾ ਪਹੁੰਚਾ ਦੇਵੇ। ਇਸੀ ਤਰ੍ਹਾਂ ਹੋਇਆ। ਇੱਕ ਦਿਨ ਮਾਸਟਰ ਜੀ ਦੀ ਗੱਲ ਸੱਚੀ ਸਾਬਿਤ ਹੋ ਗਈ ਅਤੇ ਇੱਕ ਸੱਪ ਜੋ ਹੈ ਦੀਵਾਰ 'ਤੇ ਚੜ੍ਹ ਕੇ ਖਿੜਕੀ ਦੇ ਰਸਤੇ ਜਮਾਤ ਦੇ ਵਿਚਕਾਰ ਆ ਗਿਆ। ਜਿਉਂ ਹੀ ਅੱਧੀ ਛੁੱਟੀ ਦੀ ਘੰਟੀ ਵੱਜੀ, ਬੱਚੇ ਆ ਕੇ ਆਪਣੀ ਜਮਾਤ ਦੇ ਅੰਦਰ ਬੈਠੇ ਤਾਂ ਸਭ ਤੋਂ ਪਿੱਛੇ ਰਾਹੁਲ ਬੈਠਾ ਸੀ ਔਰ ਅੱਗੇ ਪੂਜਾ ਆਪਣੀ ਸਹੇਲੀ ਰਜਨੀ ਦੇ ਨਾਲ ਬੈਠੀ ਸੀ। ਰਾਹੁਲ ਦੀ ਨਜ਼ਰ ਇੱਕ ਬੈਂਚ 'ਤੇ ਪਈ, ਜਿਸ ਦੇ ਉੱਤੇ ਕਿ ਇੱਕ ਸੱਪ ਬੁਰੀ ਤਰ੍ਹਾਂ ਲਿਪਟਿਆ ਹੋਇਆ ਸੀ। ਰਾਹੁਲ ਨੇ ਸਾਰੀ ਕਲਾਸ ਦੇ ਵਿਚਕਾਰ ਸੱਪ 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 ਕਹਿ ਕੇ ਸ਼ੋਰ ਮਚਾ ਦਿੱਤਾ। ਸਭ ਬੱਚੇ ਡਰ ਗਏ ਔਰ ਸਾਰੇ ਹੀ ਜਮਾਤ ਛੱਡ ਕੇ ਬਾਹਰ ਨੂੰ ਭੱਜ ਗਏ। ਹੁਣ ਰਜਨੀ ਜੋ ਹੈ, ਰਜਨੀ ਜਮਾਤ ਛੋੜ ਕੇ ਬਾਹਰ ਜਾਣ ਲਈ ਤਿਆਰ ਨਹੀਂ ਸੀ, ਕਿਉਂਕਿ ਉਹ ਚਾਹੁੰਦੀ ਸੀ ਕਿ ਇਸ ਸੱਪ ਨੂੰ ਜੋ ਹੈ ਉਹ ਕਿਸੇ ਤਰੀਕੇ ਨਾਲ ਕਾਬੂ ਕਰ ਲਏ, ਕਿਸੇ ਨੂੰ ਨੁਕਸਾਨ ਨਾ ਕਰ ਦੇ, ਕਿਸੇ ਬੱਚੇ ਨੂੰ ਵੱਢ ਨਾ ਲਏ। ਇਤਨਾ ਹੌਸਲਾ ਉਸ ਲੜਕੀ ਦੇ ਅੰਦਰ, ਛੋਟੀ ਜੀ ਅੰਦਰ, ਜਦਕਿ ਉਹ ਪੈਰਾਂ ਤੋਂ ਅਪਾਹਿਜ ਸੀ, ਇੱਕਦਮ ਉੱਠ ਨਹੀਂ ਸੀ ਸਕਦੀ। ਉਸਦੀ ਸਹੇਲੀ ਪੂਜਾ ਨੇ ਵੀ ਉਸਨੂੰ ਬਹੁਤ ਸਮਝਾਇਆ ਕਿ ਰਜਨੀ ਚੱਲ ਅਸੀਂ ਬਾਹਰ ਚੱਲਦੇ ਹਾਂ, ਅੰਦਰ ਕਿਤੇ ਸੱਪ ਸਾਨੂੰ ਕੱਟ ਨਾ ਲਏ, ਪਰ ਰਜਨੀ ਜੋ ਸੀ ਬਾਹਰ ਜਾਣ ਲਈ ਤਿਆਰ ਨਹੀਂ ਸੀ। ਉਸਨੇ ਥੋੜ੍ਹੀ ਦੇਰ ਸੋਚਿਆ ਕਿ ਇਸ ਸੱਪ ਦਾ ਕਿਵੇਂ ਸੱਪ ਨੂੰ ਕਾਬੂ ਕੀਤਾ ਜਾਏ। ਸੱਪ ਜੋ ਸੀਗਾ, ਸੱਪ ਜ਼ਮੀਨ ਦੇ ਉੱਪਰ ਇੱਧਰ ਉੱਧਰ ਦੌੜ ਰਿਹਾ ਸੀ, ਕਿਉਂਕਿ ਉਹ ਵੀ ਕੋਈ ਖੁੱਡ ਲੱਭ ਰਿਹਾ ਸੀ ਜਿਸ ਦੇ ਅੰਦਰ ਉਹ ਆਪਣਾ ਬਚਾਅ ਕਰ ਸਕੇ। ਔਰ ਬੱਚੇ ਜੋ ਹੈ, ਬੱਚੇ ਬਾਹਰ ਸ਼ੋਰ ਮਚਾ ਰਹੇ ਸਨ, ਜਿਨ੍ਹਾਂ ਨੂੰ ਸੁਣ ਕੇ ਉਹਨਾਂ ਦੀ ਆਵਾਜ਼ਾਂ ਨੂੰ ਸੱਪ ਡਰ ਰਿਹਾ ਸੀ ਔਰ ਉੱਧਰੋਂ ਬੱਚੇ ਵੀ ਉਸ ਸੱਪ ਨੂੰ ਦੇਖ ਕੇ ਡਰ ਰਹੇ ਸਨ। ਹੁਣ ਰਜਨੀ ਨੇ ਆਪਣੀ ਸਹੇਲੀ ਪੂਜਾ ਨੂੰ ਕਿਹਾ ਕਿ ਪੂਜਾ ਤੂੰ ਆਪਣਾ ਬਸਤਾ ਖਾਲੀ ਕਰਕੇ ਮੈਨੂੰ ਦੇ। ਰਜਨੀ ਨੇ ਆਪਣਾ ਬਸਤਾ ਖਾਲੀ ਕੀਤਾ ਅਤੇ ਪੂਜਾ ਨੇ ਆਪਣਾ ਕੀਤਾ। ਹੁਣ ਰਜਨੀ ਨੇ ਉਹਨਾਂ ਦੋਨਾਂ ਬਸਤਿਆਂ ਨੂੰ ਥੋੜ੍ਹੀ ਥੋੜ੍ਹੀ ਦੂਰੀ ਦੇ ਉੱਪਰ ਖੋਲ੍ਹ ਕੇ ਸੁੱਟ ਦਿੱਤਾ। ਇਸੀ ਤਰ੍ਹਾਂ ਹੋਇਆ ਕਿ ਸੱਪ ਜੋ ਹੈ ਰੇਂਗਦਾ ਹੋਇਆ ਜਦੋਂ ਬਸਤੇ ਦੇ ਅੰਦਰ ਵੜਿਆ ਤਾਂ ਰਜਨੀ ਨੇ ਝਟਪਟ ਛਾਲ ਮਾਰ ਕੇ ਉਸ ਸੱਪ ਨੂੰ ਜੋ ਹੈ ਬਸਤੇ ਨੂੰ ਮੂੰਹ ਦੇ ਅੱਗੋਂ ਪਕੜ ਲਿਆ ਅਤੇ ਸੱਪ ਨੂੰ ਉਸ ਬਸਤੇ ਦੇ ਅੰਦਰ ਕਾਬੂ ਕਰ ਲਿਆ। ਇਹ ਦੇਖ ਕੇ ਸਾਰੇ ਬੜੇ ਹੀ ਹੈਰਾਨ ਸੀ ਕਿ ਇੱਕ ਅਪਾਹਿਜ ਲੜਕੀ ਔਰ ਇਤਨੀ ਛੋਟੀ ਲੜਕੀ ਜਿਸਨੇ ਇੱਕ ਜ਼ਹਿਰੀਲੇ ਸੱਪ ਨੂੰ ਕਾਬੂ ਪਾ ਲਿਆ। ਇੰਨੇ ਵਿੱਚ ਮਾਸਟਰ ਜੀ, ਸਕੂਲ ਦੇ ਪ੍ਰਿੰਸੀਪਲ ਜੀ ਅਤੇ ਮਾਲੀ ਜੋ ਸੀ, ਜੋ ਮਾਲੀ ਵੀ ਔਰ ਜੋ ਪੀਅਨ ਸੀਗੇ, ਚਪੜਾਸੀ, ਸਾਰੇ ਇਕੱਠੇ ਹੋ ਗਏ।
ਉਹਨਾਂ ਨੇ ਰਜਨੀ ਨੂੰ ਕਿਹਾ ਕਿ ਬੇਟਾ ਤੂੰ ਇਸ ਬਸਤੇ ਨੂੰ ਛੱਡ ਦੇ, ਕਿਤੇ ਸੱਪ ਤੈਨੂੰ ਲੜ ਨਾ ਜਾਏ, ਅਸੀਂ ਸੋਟੀਆਂ ਨਾਲ ਇਸ ਨੂੰ ਮਾਰ ਦਿਆਂਗੇ। ਲੇਕਿਨ ਰਜਨੀ ਜੋ ਸੀ ਉਸਦੇ ਮਨ ਦੇ ਵਿੱਚ ਜੀਵ ਜੰਤੂਆਂ ਦੇ ਪ੍ਰਤੀ ਬਹੁਤ ਪਿਆਰ ਸੀ, ਸਨੇਹ ਦੀ ਭਾਵਨਾ ਸੀ, ਇਸ ਲਈ ਉਹ ਨਹੀਂ ਸੀ ਚਾਹੁੰਦੀ ਕਿ ਸੱਪ ਨੂੰ ਮਾਰਿਆ ਜਾਏ। ਰਜਨੀ ਨੇ ਆਪਣੇ ਸਾਇੰਸ ਵਾਲੇ ਅਧਿਆਪਕ ਜੀ ਨੂੰ ਕਿਹਾ ਕਿ ਕਿਉਂ ਨਾ ਇਸ ਸੱਪ ਨੂੰ ਅਸੀਂ ਚਿੜੀਆ ਘਰ ਵਿੱਚ ਦੇ ਦੇਈਏ, ਕਿਉਂਕਿ ਰਜਨੀ ਇਹ ਗੱਲ ਜਾਣਦੀ ਸੀ ਕਿ ਸੱਪ ਜੋ ਹੈ, ਸੱਪ ਸਾਡੇ ਦੁਸ਼ਮਣ ਨਹੀਂ ਨੇ, ਬਲਕਿ ਸੱਪ ਦੀ ਜੋ ਜ਼ਹਿਰ ਹੈ ਕਈ ਦਵਾਈਆਂ ਦੇ ਅੰਦਰ ਕੰਮ ਕਰਦੀ ਹੈ। ਇਸ ਦੀ ਜ਼ਹਿਰ ਤੋਂ ਕਈ ਦਵਾਈਆਂ ਤੇ ਅੱਖਾਂ ਦੇ ਵਧੀਆ ਸੁਰਮੇ ਤਿਆਰ ਕੀਤੇ ਜਾਂਦੇ ਨੇ, ਠੀਕ ਹੈ। ਔਰ ਦੂਸਰੀ ਗੱਲ, ਰਜਨੀ ਨਹੀਂ ਸੀ ਚਾਹੁੰਦੀ ਕਿ ਕਿਸੇ ਜੀਵ ਨੂੰ ਨਿਰਦੋਸ਼ੀਆਂ ਮਾਰਿਆ ਜਾਏ, ਇਸ ਲਈ ਉਸਦੇ ਮੁੱਖ ਅਧਿਆਪਕ ਜੀ ਔਰ ਸਾਇੰਸ ਵਾਲੇ ਅਧਿਆਪਕ ਨੂੰ ਉਸਦੀ ਇਹ ਗੱਲ ਬਹੁਤ ਚੰਗੀ ਲੱਗੀ ਤੇ ਉਹਨਾਂ ਨੇ ਉਸ ਸੱਪ ਨੂੰ ਚਿੜੀਆ ਘਰ ਦੇਣ ਦਾ ਫੈਸਲਾ ਕਰ ਲਿਆ। ਜਦੋਂ ਉਹ ਸੱਪ ਨੂੰ ਚਿੜੀਆ ਘਰ ਦੇਣ ਗਏ ਤਾਂ ਉਸ ਸਮੇਂ ਉਹਨਾਂ ਨੇ ਚਿੜੀਆ ਘਰ ਦੇ ਅਫਸਰ ਨੂੰ ਸਾਰੀ ਗੱਲ ਦੱਸੀ ਤੇ ਉਹ ਵੀ ਬਹੁਤ ਹੈਰਾਨ ਹੋਇਆ ਅਤੇ ਉਸਨੇ ਰਜਨੀ ਦੇ ਨਾਂ ਦੀ ਰਾਸ਼ਟਰਪਤੀ ਅਵਾਰਡ ਦੇ ਲਈ ਸਿਫਾਰਿਸ਼ ਭੇਜੀ। ਜਦੋਂ ਰਜਨੀ ਦੇ ਸਕੂਲ ਦਾ ਸਾਲਾਨਾ ਸਮਾਗਮ ਹੋਇਆ, ਉਸ ਸਮੇਂ ਰਾਸ਼ਟਰਪਤੀ ਜੀ ਨੇ ਖੁਦ ਆਪਣੇ ਹੱਥਾਂ ਦੇ ਨਾਲ ਰਜਨੀ ਨੂੰ ਅਵਾਰਡ ਦਿੱਤਾ, ਉਸਨੂੰ ਸਨਮਾਨਿਤ ਕੀਤਾ। ਇਹ ਉਹ ਸਮਾਂ ਸੀ ਜਦੋਂ ਸਾਰੇ ਪਾਸੇ ਰਜਨੀ ਦੇ ਨਾਂ ਦੀਆਂ ਤਾਲੀਆਂ ਵੱਜ ਰਹੀਆਂ ਸਨ ਤੇ ਰਜਨੀ ਦੇ ਮਾਤਾ ਪਿਤਾ ਉਸ ਸਮੇਂ ਅਜਿਹਾ ਮਹਿਸੂਸ ਕਰ ਰਹੇ ਸਨ ਜਿਸ ਤਰ੍ਹਾਂ ਕਿ ਉਹਨਾਂ ਨੂੰ ਦੁਨੀਆ ਦੀ ਸਭ ਤੋਂ ਵੱਡੀ ਖੁਸ਼ੀ ਮਿਲ ਗਈ ਹੋਵੇ। ਔਰ ਰਜਨੀ ਵੀ ਆਪਣੇ ਆਪ ਨੂੰ ਇਸ ਤਰ੍ਹਾਂ ਮਹਿਸੂਸ ਕਰ ਰਹੀ ਸੀ ਜਿਸ ਤਰ੍ਹਾਂ ਉਸਦੀ ਅਪੰਗਤਾ ਉਹਦੇ ਲਈ ਕੁਛ ਵੀ ਨਾ ਹੋਵੇ। ਉਸਨੇ ਆਪਣੀ ਅਪੰਗਤਾ ਨੂੰ ਆਪਣੇ ਸਰੀਰ ਦੇ ਉੱਤੇ ਹਾਵੀ ਨਾ ਹੋਣ ਦਿੱਤਾ, ਬਲਕਿ ਬੜੀ ਹੀ ਸੋਚ ਸਮਝ ਵਿਚਾਰ ਦੇ ਨਾਲ ਕੰਮ ਲਿਆ। ਇਸੇ ਤਰ੍ਹਾਂ ਬੱਚਿਓ, ਸਾਨੂੰ ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਮਨ ਲਗਾ ਕੇ ਪੜ੍ਹਨਾ ਚਾਹੀਦਾ ਹੈ, ਸਕੂਲ ਰੋਜ਼ਾਨਾ ਜਾਣਾ ਚਾਹੀਦਾ ਹੈ, ਵੱਡਿਆਂ ਦਾ ਆਦਰ ਸਤਿਕਾਰ ਕਰਨਾ ਚਾਹੀਦਾ ਹੈ। ਰਜਨੀ ਵਾਂਗ ਹੀ ਜੀਵ ਜੰਤੂਆਂ ਦੇ ਪ੍ਰਤੀ ਸਾਨੂੰ ਜੋ ਹੈ ਪ੍ਰੇਮ ਪਿਆਰ ਦੀ ਭਾਵਨਾ ਰੱਖਣੀ ਚਾਹੀਦੀ ਹੈ। ਔਰ ਕਦੀ ਵੀ ਜੀਵਨ ਦੇ ਅੰਦਰ ਕੋਈ ਵੀ ਐਸੀ ਸਥਿਤੀ ਆ ਜਾਏ ਜਿਸ ਦੇ ਅੰਦਰ ਸਾਡੀ ਤਾਕਤ ਜੋ ਹੈ ਘਟਦੀ ਹੋਈ ਨਜ਼ਰ ਆਏ, ਉਸ ਸਮੇਂ ਸਾਨੂੰ ਆਪਣੇ ਆਪ ਨੂੰ ਸੰਭਾਲਣਾ ਚਾਹੀਦਾ ਹੈ, ਸੋਚ ਵਿਚਾਰ ਕੇ ਕੰਮ ਲੈਣਾ ਚਾਹੀਦਾ ਹੈ ਔਰ ਰਜਨੀ ਵਾਂਗ ਹੀ ਸਮਝਦਾਰੀ ਤੇ ਹੌਸਲਾ ਕਦੀ ਵੀ ਨਹੀਂ ਛੱਡਣਾ ਚਾਹੀਦਾ। ਧੰਨਵਾਦ ਬੱਚੋ।